पूछों पूछों दीन पात कर को कहे प्रिय देसांगियो इयो देयो सब मन तन अर्पों शीस चरण पर राखियो चरण बंदना अमोल दासरो देओ साध संगत अर दागियो करो कृपा मोहे प्रभु मलावो निमख दर्श पेखा गियो दृष्ट भई तब भीतर आयो मेरा मन अन दिन शीत लागियो कहो नानक रस मंगल गाए शबद अनाहद बाजियो दृष्ट भई तब भीतर आयो मेरा मन अन दिन शीत लागियो कहो नानक रस मंगल गाए शब्द अनाहद बाजियो। वाहिगुरु जी का खालसा वाहिगुरु जी की फतेह। इस पावन शब्द दी विचार सिंह साहिब ज्ञानी जसवंत सिंह जी परवाना आप जी नूं सरवण करवाउणगे। 3 दिन का उन्हां दा समा है साडे पास। कल 5वें पातशाह गुरु अर्जन देव पिता महाराज जी का पवित्र पावन प्रकाश गुरपुरब है। आप जी ने सेवा करके हाजरियां भर के गुरु की बख्शिशां प्राप्त करनियां। अगले समय वास्ते आओ सिंह साहब जी पासों गुरबाणी विचार सरवण करिए। वाहिगुरु जी का खालसा वाहिगुरु जी की फतेह। गुणी निधना तुम्हारी महिमा वर्ण ना सको। तू ठाकुर ऊच भगवान तेरे गुण बहुते मैं एक न जानिया।
ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁੱਬਦਾ ਪੱਥਰ ਲੀਜੈ। ਧੰਨ ਧੰਨ ਬਾਲਾ ਪ੍ਰੀਤਮ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਸਥਾਨ ਤੇ ਹਾਜ਼ਰੀਨ ਸੰਗਤ ਜੀਓ, ਸਤਿਗੁਰੂ ਦੀ ਰਹਿਮਤ ਹੋਈ ਹੈ, ਸੰਜੋਗ ਬਣਿਆ ਹੈ, ਬਖਸ਼ਿਸ਼ ਹੋਈ ਹੈ, ਆਪਣੇ ਹਾਜ਼ਰੀ ਭਰੀ ਹੈ। ਚੱਲ ਰਹੀ ਬਾਣੀ ਦੀ ਲੜੀਵਾਰ ਵਿਚਾਰ ਸਾਰੰਗ ਰਾਗ ਵਿੱਚੋਂ ਅੱਜ ਇੱਕ ਸ਼ਬਦ ਦਾ ਪਾਠ ਆਪ ਜੀ ਨੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਉਹਨਾਂ ਪਾਸੋਂ ਮੂਲ ਪਾਠ ਸਰਵਣ ਕੀਤਾ ਹੈ। ਇਹ ਸਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਾਰੰਗ ਰਾਗ ਵਿੱਚ ਸ਼ਬਦ ਹੈ। ਅੰਕ 1203 ਔਰ 4 ਤੇ ਸੁਭਾਇਮਾਨ ਹੈ। ਸ਼ਬਦ ਵਿੱਚ ਸਤਿਗੁਰਾਂ ਨੇ ਬਿਰਹਾ ਦਾ ਜ਼ਿਕਰ ਕੀਤਾ ਹੈ। ਬਾਬਾ ਫਰੀਦ ਜੀ ਦਾ ਇੱਕ ਬਚਨ ਹੈ, ਫਰੀਦਾ ਬਿਰਹਾ ਬਿਰਹਾ ਆਖਿਐ, ਬਿਰਹਾ ਤੂੰ ਸੁਲਤਾਨ। ਜਿਤ ਤਨ ਬਿਰਹਾ ਨਾ ਉਪਜੈ, ਸੋ ਤਨ ਜਾਨ ਮਸਾਂ। ਜਿਸ ਤਨ ਵਿੱਚ ਬਿਰਹਾ ਨਹੀਂ ਪੈਦਾ ਹੁੰਦੀ ਉਹ ਤੇ ਮੁਰਦਾ ਹੈ। ਬਿਰਹਾ ਸੁਲਤਾਨ ਹੈ, ਭਾਵ ਸਾਰੀ ਦੁਨੀਆ ਉੱਤੇ ਬਿਰਹਾ ਦਾ ਰਾਜ ਹੈ। ਵਿਛੋੜੇ ਦਾ ਅਸਰ ਕਿਸ ਉੱਤੇ ਨਹੀਂ ਹੁੰਦਾ। ਹੁਣ ਇਹ ਵੱਖਰੀ ਗੱਲ ਹੈ ਕਿ ਵਿਛੋੜਾ ਕਿਸ ਗੱਲ ਦਾ ਹੈ, ਕਿਸ ਤੋਂ ਹੈ। ਧਨ ਦਾ ਹੈ ਕਿ ਪਰਿਵਾਰ ਦੇ ਕਿਸੇ ਸੱਜਣ ਦਾ ਹੈ, ਸੱਜਣ ਮਿੱਤਰ ਦਾ ਹੈ ਕਿ ਜਾਂ ਰੱਬ ਦਾ ਹੈ। ਵਿਛੋੜੇ ਦਾ ਅਸਰ ਤੇ ਹੈ, ਦੁਨੀਆਦਾਰ ਤੇ ਵੀ ਹੈ, ਧਰਮਾਤਮਾ ਬੰਦਿਆਂ ਤੇ ਵੀ ਹੈ। ਦੁਨੀਆ ਦੇ ਵਿਛੋੜੇ ਨੂੰ ਤੇ ਅਸੀਂ ਸਮਝਦੇ ਹਾਂ, ਪਰ ਰੱਬ ਦੇ ਵਿਛੋੜੇ ਵੱਲੋਂ ਬਿਲਕੁਲ ਹੀ ਅਗਿਆਤ ਹਾਂ। ਧੰਨ ਗੁਰੂ ਨਾਨਕ ਦੇਵ ਜੀ ਦਾ ਇੱਕ ਬਚਨ ਹੈ ਕਿ ਮੈਂ ਰਵੰਦੇ ਸਭ ਜਗ ਰੁਨਾ, ਰੁਨੜੇ ਵਣੋਂ ਪੰਖੇਰੂ। ਮੈਂ ਐਸੀ ਰੋਈ ਕਿ ਮੈਨੂੰ ਵੇਖ ਕੇ ਸਾਰੇ ਹੀ ਰੋਣ ਲੱਗ ਪਏ। ਜੰਗਲ ਦੇ ਪੰਖੇਰੂ ਵੀ ਰੋਣ ਲੱਗ ਪਏ। ਇੱਕ ਨਾ ਰੋਣਾ ਮੇਰੇ ਤਨ ਕਾ ਬਿਰਹਾ। ਇਹ ਤਨ ਦਾ ਵਿਛੋੜਾ ਇਹ ਨਹੀਂ ਰੋਇਆ ਜਿਨਹੋਂ ਪਿਰੋਂ ਵਿਛੋਰੀ। ਤਨ ਨੇ ਸਮਝ ਲਿਆ ਕਿ ਮੇਲ ਹੋ ਗਿਆ, ਜੋ ਮਿਲਣਾ ਸੀ ਮਿਲ ਗਿਆ। ਦੁਨੀਆ ਦੇ ਐਸ਼ ਮੇਲੇ ਸੁਖ ਆਰਾਮ ਹਨ। ਤਨ ਕਿਸ ਵਾਸਤੇ ਮਿਲਿਆ ਸੀ? ਇਹ ਦੁਨੀਆ ਦੇ ਸੁਖ ਐਸ਼ ਵਾਸਤੇ ਕਿ ਜਾਂ ਹੋਰ ਵੀ ਕੋਈ ਕੰਮ ਸੀ? ਇੱਕ ਪੰਕਤੀ ਧਿਆਨ ਚ ਆਈ, ਜਾਂ ਕਾਰਨ ਇਹ ਦੁਰਲਭ ਦੇ, ਸੋ ਬੋਲ ਮੇਰੇ ਪ੍ਰਭੂ ਦੇ। ਜਿਸ ਵਾਸਤੇ ਜਿਸ ਕਾਰਨ ਲਈ ਇਹ ਦੁਰਲਭ ਦੇ ਮੈਨੂੰ ਮਿਲੀ ਹੈ, ਉਹ ਬੋਲ। ਮੈਂ ਪ੍ਰਮਾਤਮਾ ਦਾ ਨਾਮ ਮੂੰਹ ਤੋਂ ਬੋਲਾਂ, ਗੁਰਬਾਣੀ ਬੋਲਾਂ, ਇਹ ਮੈਨੂੰ ਦੇ। ਜਾਂ ਕਾਰਨ ਪ੍ਰਭ ਤਨ ਧਾਰਿਆ, ਸੋ ਪ੍ਰਭ ਡਿਠਾ ਨਾਲ। ਸਰੀਰ ਕਿਸ ਵਾਸਤੇ ਸੀ? ਸਰੀਰ ਵਿੱਚ ਜਿਹੜਾ ਮਸਤ ਹੋ ਗਿਆ, ਬੜੀ ਗਲਤੀ ਕੀਤੀ ਜਾਂ ਇੱਕ ਕੰਮ ਹੋਰ ਕੀਤਾ। ਵੇਖਿਆ ਕਿ ਦੁਨੀਆ ਦੇ ਲੋਕ ਕਹਿੰਦੇ ਨੇ ਬਿਰਹੋਂ ਚਾਹੀਦਾ ਹੈ, ਰੋ ਰੋ ਕੇ ਸੰਤ ਜਨ ਬੇਨਤੀਆਂ ਕਰਦੇ ਹਨ। ਇਸ ਨੇ ਵੀ ਐਕਟਿੰਗ ਕਰ ਲਈ। ਧੰਨ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਮੈਂ ਤੁਹਾਡੇ ਸਾਹਮਣੇ ਰੱਖਾਂ। ਉਹ ਕਹਿੰਦੇ ਨੇ ਰੋਣਾ ਬਹੁਤ ਕੀਮਤੀ ਹੈ, ਤੇਰੇ ਅਥਰੂ ਹੀਰਿਆਂ ਤੋਂ ਵੀ ਅਮੁੱਲ ਨੇ, ਪਰ ਜੇ ਬਿਰਹੋਂ ਦੇ ਵਿੱਚ ਪ੍ਰਮਾਤਮਾ ਦੇ ਵਿਛੋੜੇ ਵਿੱਚ ਨਿਕਲਣ, ਤੇਰਾ ਗਾਉਣਾ ਵੀ ਬੜਾ ਅਮੁੱਲ ਹੈ। ਪਰ ਜੇ ਵਿੱਚ ਕਪਟ ਹੋਵੇ ਤੇ ਫਿਰ ਕਿਸੇ ਕੰਮ ਨਹੀਂ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ,
नहीं हर हर भीजै राम राजे, जिन्ना अंतर कपट विकार है तिन्ना रोए क्या कीजै। अंदर कपट है ते रोना भी व्यर्थ, अंदर कपट है तो उसका गाना भी व्यर्थ। भाई नंद लाल जी ने एक बचन कहा, वो कहते ने प्रेमी दे प्यार दे बूटे नूं उदों तक फल नहीं पैंदा जदों तक अखां दियां चिमनियां दा पानी ना पाया जाए। ये दुनियावी पानी नाल बूटा नहीं पलदा, तेरियां अखां विचों चिमनियां नूं लग के जल निकले। शाखे उम्मीद आशिक हर गिज समर ना गेरत, समर हुंदा फल। शाखे उम्मीद आशिक हर गिज समर ना गेरद, अज आबे अशके मिजगा तां सब्ज तरना बाशत। उन्हां ते होर एक गल कही है, मेरे दो नेत्र दो दरिया हन, इन्हां विचों जिहड़े अथरू वह रहे ने इन्हां नाल मैं दुनिया दे दिलां दे सुक्के बाग हारे कर सकदा हां। दो चशम मन दरियाए कि अजीम उल शाम बबद गोया, जे हर अशकम शादाब है सदबाग बाग ईजा। धन गुरु रामदास जी का बचन है, हो रह न सका बिन देखे प्रीतमा, मैं नीर वह चले जियो। इत्थे साहब गुरु अर्जन देव पातशाह जी फरमा रहे हैं कि सारंग महला पंजवा, सारंग राग विच साहब गुरु अर्जन देव जी का शब्द है, माई धीर रही प्रे बहुत बैरागे हो। धीर रही का अर्थ की कि धीर जे रह गए, हौसला टुट गया, हुण हौसला नहीं हुंदा। एक बच्ची नूं रोंदियां वेखे असी, पति चलिया गया विदेश, वो रो रही सी कि वादे बहुत करके गया सी, कोई उन्हें ना फोन किया ना कोई चिट्ठी पाई। परिवार दे कहन तू हौसला करो, कहे हौसला मैं की करा। मैनू ये पंक्तियां याद आईयां, वैसाख धीरन क्यों वंडिया जिन्ना प्रेम बशो, हर साजन पुरख विसार के लगे माया तो। वो धीरज किवें धरन, विसाख विच उन्हां नूं धीरज किवें आवे जो विछड़ियां ने। वांडियां दा अर्थ हुंदा विछड़ियां होईयां। बड़ा सुंदर बचन है पातशाह दा, माई कहाँ करों ये मन ना धीर है, प्रे पीतम बैराग हिरे, हर नह प्रभ जी एक कलड़ी बन माहे। क्यों धीरे की नह बिना प्रभ वे परवाहे, तन नह बाजों रह न साकै बिखम रैन गनेरिया। न नींद आवे प्रेम भावे सुन बेनंती मेरिया। आपनू याद होवेगा एक पुराना शगन अपशगना विचों एक ये भी सी कि कां उड़ाउणा, औंसियां पाणियां लीकां खिच देनियां बिना गिनिया, फिर गिननियां जे ते ओ इंज हो जाण जिवें 2 ते 2 4, 16 होण, 8 दूणे 16 ते पति आएगा, वीर आएगा। या एक होर सी कि कां उड़ाउणा, उड कावां सदके जावां तैनूं चूरियां पावां, वीर आउंदा। कबीर साहब जी कहते ने रब दे प्यारे भी कां उड़ाउंदे ने, कहते ने उड रब आउंदा। मेरा प्यारा आउंदा है कि नहीं आउंदा। पंथ निहारे कम ने लोचन भरी ले उसासा, अखां भरियां ने लंबे साह लै रही है। और ना भीजा फिरदा नहीं भिजदा, पग ना खिसा पैर पिछे नहीं हुंदा, हर दर्शन की आसा। उडोना कागा कारे बेग मिली जाए अपने राम प्यारे, कहत कबीर जीवन पद कारण हर के भक्त करी जाए। एक आधार नाम नारायण रसना राम रवि जय, माए तीर रहे तीर ज रह गई करा के भाई निराशे बहुत दिन लागे। देश दसंतर में सगले झागे, सोचिया सी धीरज आ जाएगी ताने इकट्ठा कर लवा, अजे थोड़ा ज्यादा हो गया तो धीरज आ जाएगी। अजे नौकरी छोटी वड्डी हो गई धीरज आ जाएगी।
अजय जमीन थोड़ी है, बहुत हो गई, धीरज आ जाएगी। अजय घर छोटा है, छोटे च धीरज नहीं, वड्डे च धीरज आ जाएगी। अजय गड्डी छोटी है, वड्डी आ गई, धीरज आ जाएगी। पर कुछ भी ना होया, सब कुछ मिल गया। धीरज ते तां भी कहंदे ने मैं निराश हो गई ना पदार्थां तो, निराश हो गई संसार तो, हुण खिन रहन न पामो बिन पग पागे। होए कृपाल प्रभ मिले सुभाग्य, भयो कृपाल सतसंग मिलाया। बोझी तृष्ण महासीत लाया। एक बचन होर सरवण करो। बदल बड़ा सुहावना है जे पति कोल होए। वैराग शब्द नूं थोड़ा जिहा समझ लईए, बड़ा जरूरी है। वैराग दे अर्थ की ने? बिरहों ते प्रेम रल जाण ते वैराग बनदा। प्रेम ते इहदे विच है, पर एक प्रेम वो है कि पति पास है, एक प्रेम वो है कि पति परदेस है, दूर है, मिलिया नहीं, अजे दूर है। हाँ, एक गल जरूर है, जिस गल दा सानू अनुभव ना होवे, जिसनू वेखिया ना होवे, माणिया ना होवे, वो याद भी नहीं आउंदा। ਇਹਦਾ ਭਾਵ ਜਦੋਂ ਕਹਿੰਦੇ ਆ ਨਾ ਵਿਛੜਿਆ, ਇਹਦਾ ਸਪਸ਼ਟ ਭਾਵ ਹੋ ਗਿਆ ਕਿ ਪਹਿਲੇ ਮਿਲਿਆ ਸੀ, ਮਿਲ ਕੇ ਵਿਛੜਿਆ। ਰੱਬ ਦੀ ਗੋਦ ਦਾ ਆਨੰਦ ਇਸਨੇ ਮਾਣਿਆ, ਇਸ ਦੇ ਕੋਲ ਰਿਹਾ, ਇਹ ਲੀਨ ਰਿਹਾ, ਇਹ ਉਹਦਾ ਰੂਪ ਸੀ, ਫਿਰ ਵਿਛੜ ਗਿਆ। ਹੁਣ ਉਹ ਯਾਦ ਆਉਂਦਾ, ਉਸ ਨੂੰ ਇਹ ਯਾਦ ਕਰਦਾ ਕਿ ਪਿਆਰੇ ਕਿੰਨਾ ਆਨੰਦ ਸੀ ਤੇਰੇ ਕੋਲ, ਕਿੰਨਾ ਸੁੱਖ ਸੀ। ਹੁਣ ਪਿਆਰੇ ਦੀ ਯਾਦ ਆਉਂਦੀ ਹੈ। ਦਹਿ ਦੇ ਛਤਰ ਬੱਦਲ ਸੁਹਾਵਣਾ, ਤੂੰ ਕੋਲ ਸਾਂ ਤੇ ਬੱਦਲ ਹੋਰ, ਅੱਜ ਹੋਰ। ਦਹਿ ਦੇ ਛਤਰ ਮੇਘ ਘਟਾ ਘਟ, ਬੱਦਲ ਦੀਆਂ ਕਾਲੀਆਂ ਘਟਾ। ਦਹਿ ਦੇ ਛਤਰ ਮੇਘ ਘਟਾ ਘਟ, ਦਾਮਨ ਚਮਕ ਡਰਾਇਓ। ਹੁਣ ਤੇ ਬਿਜਲੀ ਚਮਕਦੀ ਡਰ ਲੱਗਦਾ, ਤੂੰ ਕੋਲ ਸਾਂ ਕੋਈ ਡਰ ਨਹੀਂ ਸੀ ਲੱਗਦਾ। ਦਾਮਨ ਚਮਕ ਡਰਾਇਓ, ਸੇਜ ਅਕੇਲੀ। ਹੁਣ ਸੇਜ ਸੁਣੀ ਕਿਉਂਕਿ ਮੈਂ ਇਕੱਲੀ ਹਾਂ। ਸੇਜ ਅਕੇਲੀ, ਨੈਂਦ ਨਾ ਨੈਣ, ਨੀਂਦ ਨਾ ਨੈਣਾ। ਫਿਰ ਪਰਦੇਸ ਸਦਾਇਓ, ਹੁਣ ਨਹੀਂ ਸੰਦੇਸਰੋ ਮਾਇਓ। ਏਕ ਕੋਸਰੋ ਸਿੱਧ ਕਰਤ ਲਾਲ, ਤਬ ਛਤਰਪਤਰੋ ਆਇਓ। ਇੱਕ ਕੋਹ ਜਾਂਦਾ ਸੀ ਤੇ ਚਾਰ ਚਿੱਠੀਆਂ ਆ ਜਾਂਦੀਆਂ ਸਨ, ਤੇ ਹੁਣ ਤੇ ਸੰਦੇਸ਼ਾ ਹੀ ਕੋਈ ਨਹੀਂ ਆਉਂਦਾ। ਹੁਣ ਮੈਂ ਕੀ ਮੰਦਰ ਚੜ ਕੇ ਪੰਥ ਨਿਹਾਰਾਂ, ਕੋਟੇ ਤੇ ਚੜ ਕੇ ਰਾਹ ਵੇਖਣੀ ਆ, ਆਉਂਦਾ ਮੰਦਰ ਚੜ ਕੇ ਪੰਥ ਨਿਹਾਰੂ। ਨੈਣ ਨੀਰ ਭਰੇ ਆਇਓ, ਪਰ ਇਹ ਵਿਛੋੜਾ ਕਿਉਂ ਹੈ, ਮੀਲਾਂ ਦਾ ਸਫ਼ਰ ਨਹੀਂ। ਇਹ ਪੈਂਡਾ ਬਾਹਰ ਦਾ ਨਹੀਂ, ਇਹ ਹੈ ਹਉਮੈ ਦੇ ਕਾਰਨ। ਹਾਂ ਪੀਚ ਪਇਓ ਹੈ, ਹਾਂ ਪੀਤ ਪਇਓ ਹੈ ਵਿੱਚੋਂ, ਸੁਣਤ ਦੇਸ ਨਿਕਟਾਇਓ। ਭਾਂਬੀਰ ਕੇ ਪਾਤ ਪਰਦੋ ਬਿਨ ਪੇਖੇ ਦਿਵਰਾਇਓ। ਮੇਰੀ ਹਉਮੈ ਦੇ ਕਾਰਨ। ਉਹ ਪਿਆਰਾ ਤੇ ਹਾਜ਼ਰ ਨਾਜ਼ਰ ਹੈ, ਉਹ ਤੇ ਹਰ ਥਾਂ ਤੇ ਹੈ। ਪਰ ਹੁਣ ਧੀਰਜ ਕਿਵੇਂ ਆਵੇ? ਧੀਰਜ ਦੇਣ ਵਾਲੇ ਤੇ ਬਹੁਤ ਨੇ। ਔਰ ਇੱਕ ਕਮਾਲ ਗੱਲ ਹੋਰ, ਧੀਰਜ ਉਹ ਦੇ ਰਹੇ ਨੇ ਜਿਨ੍ਹਾਂ ਨੂੰ ਆਪ ਧੀਰਜ ਕੋਈ ਨਹੀਂ। ਉਹ ਦੂਸਰਿਆਂ ਦਾ ਇਲਾਜ ਕਰ ਰਹੇ ਨੇ ਜਿਹੜੇ ਆਪ ਬਿਮਾਰ ਨੇ। ਅੰਧੇ ਦੂਸਰਿਆਂ ਨੂੰ ਸੁਰਮਾ ਦੇ ਰਹੇ ਨੇ। ਤੇਰੀਆਂ ਅੱਖਾਂ ਠੀਕ ਹੋ ਜਾਣਗੀਆਂ। ਭਲੇ ਲੋਕੋ ਤੁਹਾਨੂੰ ਮਿਲੇ ਆ, ਦੂਸਰੇ ਨੂੰ ਤੇ ਧੀਰਜ ਦੇਣੀ ਬੜੀ ਸੌਖੀ ਹੈ ਕਿ ਹੌਸਲਾ ਕਰ, ਧੀਰਜ ਕਰ। ਪਰ ਧੀਰਜ ਉਹ ਦੇਵੇ ਜਿਹਨੂੰ ਮਿਲੇ ਆ। ਕਿਤੇ ਉਹ ਮਿਲ ਜਾਏ ਨਾ, ਉਹਨੇ ਸਤਸੰਗੀ, ਉਹ ਕਹਿੰਦੇ ਨੇ ਸਾਨੂੰ ਮਿਲੇ ਆ, ਤੈਨੂੰ ਵੀ ਮਿਲੇਗਾ। ਅਸੀਂ ਗਵਾਹ, ਅਸੀਂ ਜਾਣਦੇ ਹਾਂ, ਸਾਡਾ ਕੰਮ ਹੋਇਆ, ਤੇਰਾ ਵੀ ਹੋਏਗਾ। ਉਹਨਾਂ ਦੀ ਧੀਰਜ ਨਾਲ ਧੀਰਜ ਆਉਂਦੀ ਹੈ, ਨਹੀਂ ਤੇ ਨਹੀਂ। ਮਾਏ ਧੀਰ ਰਹੀ, ਧੀਰਜ ਰਹਿ ਗਈ। ਇਹ ਬਹੁਤ ਵਿਰਾਗਿਓ, ਪਿਆਰੇ ਦਾ ਬਹੁਤ ਹੀ ਬਿਰਹਾ ਅੰਦਰ ਜਾਗੇ, ਵਿਰਾਗ ਜਾਗੇ ਆ। ਵਿਰਾਗ ਸ਼ਬਦ ਬਾਰੇ ਕੁਝ ਸ਼ਬਦ ਹੋਰ ਕਹਦੇ ਆ। ਵਿਰਾਗੀ ਸਾਧੂ ਹਨ। ਵਿਰਾਗ ਇੱਕ ਸੰਪਰਦਾ ਵਿਰਾਗੀ, ਇਹਨਾਂ ਦੇ ਕੁਝ ਕਰਮ ਨੇ। ਦੁਆਰਕਾ ਦੀ ਯਾਤਰਾ, ਰਾਮ ਜਾਂ ਕਿਸ਼ਨ ਦੀ ਮੂਰਤੀ ਕੋਲ ਰੱਖਣੀ, ਪੂਜਾ ਕਰਨੀ। ਵਿਸ਼ਨੂੰ ਦੇ ਜਿੰਨੇ ਚਿੰਨ੍ਹ ਨੇ ਉਹ ਸਰੀਰ ਤੇ ਪੱਕੇ ਛਾਪੇ ਲਵਾਉਣੇ। ਗੋਪੀ ਚੰਦਨ ਦਾ ਤਿਲਕ ਲਾਉਣਾ। ਗੋਪੀ ਚੰਦਨ ਇੱਕ ਤਲਾਬ,
ਜਿੱਥੇ ਗੋਪੀਆਂ ਨੇ ਕ੍ਰਿਸ਼ਨ ਦੇ ਵਿਯੋਗ ਵਿੱਚ ਸਰੀਰ ਤਿਆਗਿਆ ਸੀ, ਉਹਨੂੰ ਤਲਾਬ ਦੀ ਮਿੱਟੀ ਨੂੰ ਕਹਿੰਦੇ ਨੇ ਗੋਪੀ ਚੰਦਨ। ਉਸ ਦਾ ਚੰਦਨ ਲਗਾਉਣਾ, ਤੁਲਸੀ ਦੀ ਮਾਲਾ ਧਾਰਨ ਕਰਨੀ। ਵੈਰਾਗੀ ਮਾਧੋ ਦਾਸ ਵੀ ਵੈਰਾਗੀ ਸੀ, ਆਪ ਨੂੰ ਪਤਾ। ਗੁਰੂ ਸਾਹਿਬ ਜੀ ਨੇ ਕਿਹਾ ਕਿਹੜੇ ਪਾਸੇ ਪਏ ਆ, ਇਹ ਵੈਰਾਗ ਨਹੀਂ। ਵੈਰਾਗ ਕਰਨਾ ਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜੋ, ਜਿਹ ਵਿਖਿਆ ਸਗਲੀ ਤਜੇ ਲਿਓ ਭੇਖ ਬੈਰਾਗ, ਕਹੋ ਨਾਨਕ ਸੁਣ ਰੇ ਮਨ ਤੇ ਨਰ ਮਾਥੈ ਭਾਗ। ਬੂਝ ਬੈਰਾਗ ਕਰੇ ਜੇ ਕੋਏ, ਜਰਾ ਮਰਨ ਦੁੱਖ ਫੇਰ ਨਾ ਹੋਏ। ਦਰਸ਼ਨਾਂ ਲਈ ਵੈਰਾਗ ਹੋਵੇ, ਵੈਰਾਗ ਆਵੇ ਤੇ ਨਾਲ ਚਾਹ ਚੜ ਜਾਂਦਾ, ਜਦੋਂ ਆਸ ਬਣ ਜਾਏ ਕਿ ਮਿਲੇਗਾ। ਹਰ ਤੀਜੜੀ ਲਾਮ ਮਨ ਚਾਉ ਭਇਆ, ਬੈਰਾਗੀਆਂ ਬਲਰਾਮ ਜੀ। ਸੰਤ ਜਣਾ ਹਰ ਮੇਲ ਹਰ ਪਾਇਆ, ਵਡ ਭਾਗੀਆਂ ਬਲਰਾਮ ਜੀਓ। ਮਿਲਿਆ ਨੇ ਕਹਿ ਦਿੱਤਾ ਅਸੀਂ ਨਾਲ, ਮਿਲਿਆ ਹੀ ਪਿਆ। ਹੁਣ ਤੇ ਧੀਰ ਜਾ ਗਈ, ਹੁਣ ਵੈਰਾਗ ਚੋਂ ਚਾਹ ਪੈਦਾ ਹੋ ਗਿਆ, ਪਰ ਜਿਨ੍ਹਾਂ ਨੂੰ ਮਿਲਿਆ ਹੀ ਨਹੀਂ। ਬੂਝ ਬੈਰਾਗ ਕਰੇ ਜੇ ਕੋਏ, ਜਰਾ ਮਰਨ ਦੁੱਖ ਫੇਰ ਨਾ ਹੋਏ। ਇੱਕ ਸਾਧੂ ਦੀ ਲਿਖਤ ਵੱਲ ਮੈਨੂੰ ਤੇਰਾ ਧਿਆਨ ਗਿਆ। ਉਜੈਨ ਦਾ ਰਾਜਾ ਸੀ, ਬਿਕਰਮਾਜੀਤ ਦਾ ਵੱਡਾ ਭਰਾ ਸੀ, ਇਹਦਾ ਨਾਂ ਸੀ ਭਰਥਰੀ। 3 ਗ੍ਰੰਥ ਇਸਨੇ ਲਿਖੇ ਨੇ। ਸ਼ਤਕ ਦਾ ਅਰਥ ਹੁੰਦਾ 100, ਜਿਸ ਗ੍ਰੰਥ ਵਿੱਚ 100 ਛੰਦ ਹੋਣ। ਪਹਿਲੇ ਇਹਨੇ ਲਿਖਿਆ ਸ਼ਿੰਗਾਰ ਸ਼ਤਕ। ਇਹ ਕਿਸ ਤਰ੍ਹਾਂ ਦਾ ਬੰਦਾ ਹੋਵੇਗਾ, ਇਸਤਰੀ ਦੇ ਇੱਕ ਇੱਕ ਅੰਗ ਦਾ ਜ਼ਿਕਰ ਕੀ, ਇੰਨੀ ਸਿਫਤ ਕੀਤੀ ਹੈ, ਕੋਈ ਹਿਸਾਬ ਨਹੀਂ। ਲੇਕਿਨ ਜਦੋਂ ਠੋਕਰ ਵੱਜੀ ਨਾ ਰਾਣੀ ਵੱਲੋਂ, ਫੇਰ ਲਿਖਿਆ ਵੈਰਾਗ ਸ਼ਤਕ। ਫਿਰ ਇਸਤਰੀਆਂ ਦੀ ਨਿੰਦਾ, ਇੱਕ ਇੱਕ ਅੰਗ ਦੀ ਨਿੰਦਾ, ਉਸੇ ਤਰ੍ਹਾਂ ਹੀ ਜਿਵੇਂ ਪਹਿਲੇ ਸਿਫਤ ਕੀਤੀ ਸੀ। ਫਿਰ ਵੈਰਾਗ ਸ਼ਤਕ, ਨੀਤੀ ਸ਼ਤਕ ਵੀ ਇਸਨੇ ਲਿਖਿਆ। ਸਤਿਗੁਰੂ ਕਹਿੰਦੇ ਨੇ ਵੈਰਾਗ ਨਹੀਂ, ਵੈਰਾਗ ਹੈ ਪਿਆਰੇ ਲਈ ਚਾਹ ਚੜੇ, ਅੰਦਰੋਂ ਚਾਹ ਚੜੇ। ਦੁਨੀਆ ਦੀਆਂ ਠੋਕਰਾਂ ਲੱਗਦੀਆਂ ਨੇ, ਠੋਕਰਾਂ ਖਾ ਕੇ ਤੂੰ ਫੇਰ ਸਹਿਮਤ ਹੋ ਜਾਣਾ। ਅੱਜ ਠੀਕ ਨਹੀਂ, ਕੱਲ ਠੀਕ ਹੋ ਜਾਏਗਾ। ਅੱਜ ਪੁੱਤਰ ਨੇ ਬੇਇੱਜ਼ਤੀ ਕੀਤੀ, ਕੱਲ ਠੀਕ ਹੋ ਜਾਏਗਾ। ਅੱਜ ਭਰਾ ਨੇ ਧੋਖਾ ਕੀਤਾ, ਕੱਲ ਠੀਕ ਹੋ ਜਾਏਗਾ। ਕੱਲ ਦੀ ਆਸ ਨਾਲ। ਵੈਸੇ ਜਿਨ੍ਹਾਂ ਨੂੰ ਸ਼ਬਦ ਦੀ ਚੋਟ ਲੱਗ ਗਈ, ਵੈਰਾਗ ਹੋ ਗਿਆ, ਉਹ ਇਸ ਪਾਸੇ ਤੁਰ ਪਏ। ਸਤ ਸੰਗੀਆਂ ਦਾ ਸਹਾਰਾ ਲਿਆ। ਉਹਨਾਂ ਨੇ ਕਿਹਾ ਰੱਬ ਦੇ ਗੁਣ ਗਾਓ। ਗੁਣ ਗਾਉਂਦਿਆਂ ਮੇਲ ਹੋਵੇਗਾ, ਔਰ ਸੱਚ ਹੈ ਕਿ ਤੂੰ ਉੱਥੇ ਤੱਕ ਨਹੀਂ ਜਾ ਸਕਦਾ, ਪਰ ਉਹ ਤੇਰੇ ਤੱਕ ਜ਼ਰੂਰ ਆਏਗਾ। ਉਹ ਬਹੁਤ ਉੱਚਾ ਹੈ, ਪਰ ਤੈਨੂੰ ਜ਼ਰੂਰ ਉਠਾਏਗਾ, ਤੈਨੂੰ ਉੱਚਾ ਕਰੇਗਾ। ਨੀਚੇ ਉੱਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਧੀਰਜ ਨ ਕਿਵੇਂ ਆਏ, ਮਿਲੇ ਤੇ ਧੀਰਜ ਆਏ। ਮਾਈ ਧੀਰ ਰਹੀ ਪ੍ਰੇ ਬਹੁਤ ਬੈਰਾਗਿਓ, ਅਨਕ ਭਾਂਤ ਅਨੂਪ ਰੰਗ ਰੇ ਤਿਨ ਸੋ ਰੁਚੈ ਨਾ ਲਾਗੇ। ਅਨੇਕਾਂ ਤਰ੍ਹਾਂ ਦੇ ਕੌਤਕ, ਅਨੇਕਾਂ ਭਾਂਤਾਂ ਦੇ ਰੂਪ ਰੰਗ, ਦੁਨੀਆ ਦੇ ਚੋਜ ਤਮਾਸ਼ੇ, ਇਹਨਾਂ ਨਾਲ ਕੋਈ ਰੁਚੀ ਨਹੀਂ ਲੱਗਦੀ। ਹੈ ਤੇ ਠੀਕ, ਬੱਚਾ ਖਿਲੌਣਿਆਂ ਨਾਲ ਖੇਡਦਾ ਹੈ, ਬੜੇ ਸੋਹਣੇ ਲੱਗਦੇ, ਪਰਚਾਉਂਦੇ ਹੋ, ਮਾਂ ਨੇ ਕੰਮ ਕਰਨਾ, ਇੱਕ ਦੇ ਦਿੱਤਾ। ਉਸ ਨਾਲ ਨਹੀਂ, ਇਹ ਪਰਚਾ ਦੂਸਰਾ ਦੇ ਦਿੱਤਾ, ਤੀਸਰਾ ਦੇ ਦਿੱਤਾ, ਟੋਕਰੀਆਂ ਭਰੀਆਂ ਨੇ ਅੱਗੇ ਰੱਖ ਦਿੱਤੇ। ਪਰ ਮੈਂ ਆਪ ਬੱਚਿਆਂ ਨੂੰ ਵੇਖਿਆ, ਇੱਕ ਟਾਈਮ ਐਸਾ ਹੁੰਦਾ ਸਾਰਿਆਂ ਨੂੰ ਹੀ ਲੱਤ ਮਾਰਦਾ, ਰੋਣਾ ਸ਼ੁਰੂ ਕਰ ਦਿੰਦਾ ਹੈ। ਕਾਲਮ ਨੇ ਬੜਾ ਸੁੰਦਰ ਕਿਹਾ ਸੀ, ਮਾਂ ਤੇਰੇ ਖਿਲੌਣਿਆਂ 'ਚ ਹੁਣ ਮਨ ਨਹੀਂ ਲੱਗਦਾ, ਹੁਣ ਤੇ ਤੇਰੀ ਗੋਦ ਵਿੱਚ ਆਉਣ ਲਈ ਮਨ ਹੈ, ਮੈਨੂੰ ਉਠਾ ਲੈ, ਮੈਨੂੰ ਚੁੱਕ ਲੈ। ਰੱਬ ਦੇ ਪਿਆਰੇ ਵੀ ਇੰਜ ਕਹਿੰਦੇ ਨੇ, ਕੀ ਕਰਾਂ ਖਿਡੌਣਿਆਂ। ਮੰਨਿਆ ਬਚਪਨ ਵਿੱਚ ਕਾਰ ਛੋਟੀ ਸੀ, ਅੱਜ ਵੱਡੀਆਂ ਹੋ ਗਈਆਂ। ਬਚਪਨ ਜੋੜਦਾ ਸਾਂ, ਛੋਟੇ ਛੋਟੇ ਘਰ, ਅੱਜ ਘਰ ਵੱਡੇ ਹੋ ਗਏ, ਹੈ ਤੇ ਖਿਡੌਣੇ ਹੀ ਨੇ। खिलौने तेरे में नहीं लग रहा दिल, तेरी गोद पाने को जी चाहता है। मैं मायूस हूं अब इस जहां से, तेरे पास आने को जी चाहता है। वैरागवान इन्हां चोज तमाशियां विच उन्हां दी रुचि नहीं। हुण ते प्यारे नाल गल है कि प्यारा मिले, उस दी प्राप्ति किवें होवे रहाओ। निस बासर प्रे प्रे मुख टेरो,
ਨੀਂਦ ਪਲਕ ਨਹੀਂ ਜਾਗਿਓ, ਕਹਿੰਦੇ ਨੇ ਹੁਣ ਤੇ ਮੈਂ ਜਾਗਦੀ ਰਹਿੰਦੀ ਹਾਂ। ਪਲ ਭਰ ਵੀ ਅੱਖ ਨਹੀਂ ਲੱਗਦੀ, ਸਾਰੀ ਰਾਤ ਜਾਗਦਿਆਂ ਨਿਕਲ ਜਾਂਦੀ ਹੈ। ਦਿਨ ਰਾਤ ਹੁੰਦਾ ਕੀ ਹੈ? ਪਿਆਰਾ ਪਿਆਰਾ ਪਿਆਰਾ। ਜਿਵੇਂ ਬਬੀਆ ਪਿਉ ਪਿਉ ਕਰਦਾ, ਮੈਂ ਪਿਆਰਾ ਪਿਆਰਾ ਕਰਦੇ ਹਾਂ, ਉਸ ਪਿਆਰੇ ਨੂੰ ਯਾਦ ਕਰਦੇ ਹਾਂ। ਨਿਸ ਬਾਸਰ ਪ੍ਰੇਮ ਮੁਖ ਟੇਰੋਂ, ਨੀਂਦ ਪਲਕ ਨਹੀਂ ਲਾਗਿਓ, ਨਹੀਂ ਨੀਂਦ, ਪਲਕਾਂ ਬੰਦ ਨਹੀਂ ਹੋ ਰਹੀਆਂ। ਮੈਂ ਵੇਖਦੀਆਂ ਹਾਰ ਕੱਜਰ ਬਸਤਰ ਅਨਕ ਸ਼ਿੰਗਾਰ ਰੇ, ਬਿਨ ਪਿਰ ਸਭੇ ਬਿਖ ਲਾਗਿਓ। ਹੀਰਿਆਂ ਦੇ ਹਾਰ, ਕੱਜਲ, ਬਸਤਰ ਸੋਹਣੇ, ਅਨੇਕ ਤਰ੍ਹਾਂ ਦੇ ਸ਼ਿੰਗਾਰ, ਪਿਆਰੇ ਤੋਂ ਬਿਨ ਸਾਰੇ ਦੇ ਸਾਰੇ ਮੈਨੂੰ ਜ਼ਹਿਰ ਜਾਪਦੇ। ਬਿਖ ਦਾ ਅਰਥ ਹੁੰਦਾ ਜ਼ਹਿਰ। ਇੱਕ ਸੰਤ ਚੂੜ ਹੋਏ ਨੇ, ਉਹਨਾਂ ਨੇ ਬਹੁਤ ਕੁਝ ਲਿਖਿਆ ਇਸ ਵਿਸ਼ੇ ਤੇ। ਇੱਕ ਗੱਲ ਮੈਨੂੰ ਉਹਨਾਂ ਦੀ ਯਾਦ ਆਈ, ਬੜੀ ਕਮਾਲ ਹੈ। ਉਹ ਹਰ ਸਟੇਜ ਤੇ ਜਦੋਂ ਕਥਾ ਕਰਦੇ ਸਨ ਤੇ ਗਾ ਕੇ ਕਹਿੰਦੇ ਸਨ ਤੇ ਆਪ ਵੀ ਰੋ ਪੈਣਾ ਤੇ ਸੰਗਤਾਂ ਵੀ ਰੋ ਪੈਣਾ। ਉਹ ਇਹ ਸੀ ਕਿ ਇੱਕ ਰਾਜੇ ਨੇ ਪਿਛਲੀ ਉਮਰ ਵਿੱਚ ਇੱਕ ਸ਼ਾਦੀ ਹੋਰ ਕਰਵਾ ਲਈ ਤੇ ਨਵੀਂ ਰਾਣੀ ਜਿਹੜੀ ਆਈ ਬੜੀ ਸੁੰਦਰ ਸੀ, ਉਹਨੇ ਉਹਨੂੰ ਵਸ ਚ ਕਰ ਲਿਆ। ਪਹਿਲੀ ਜਿਹੜੀ ਸੀ ਉਹ ਅਲੱਗ ਰਹਿ ਰਹੀ ਸੀ, ਪਰ ਖੁਸ਼, ਬੜੀ ਖੁਸ਼ ਸੀ। ਪੁੱਛਿਆ ਗਿਆ ਕਿ ਖੁਸ਼ ਕਿਉਂ? ਕਹਿੰਦੀ ਸੀ ਅਜੇ ਵੀ ਪਤੀ ਮੇਰਾ, ਕਿਉਂਕਿ ਪਤੀ ਨੇ ਮੈਨੂੰ ਤਿਆਗਿਆ ਨਹੀਂ। ਰਹਿ ਬੇਸ਼ੱਕ ਵੱਖ ਰਹੀਆਂ, ਮੈਂ ਸੁਹਾਗਣਾ। ਗੋਲੀਆਂ ਤੋਂ ਪਤਾ ਕੀਤਾ, ਇਹਦਾ ਪਤਾ ਕਰੋ ਖੁਸ਼ ਕਿਉਂ? ਇੱਕ ਗੋਲੀ ਨੇ ਕਹਿ ਦਿੱਤਾ ਇਸ ਦੇ ਕੋਲ 9 ਲੱਖਾਂ ਹਾਰ ਹੈ, ਹਾਰ ਨੂੰ ਵੇਖ ਕੇ ਖੁਸ਼ ਹੈ, ਬਸ ਹਾਰ ਵੇਖਦੀ ਹੈ ਖੁਸ਼ ਹੈ। ਕਹਿਣ ਲੱਗੀ ਮੈਂ ਚਾਹੁੰਦੀ ਹਾਂ ਰੋਂਦੀ ਹੋਵੇ, ਮੈਂ ਚਾਹੁੰਦੀ ਹਾਂ ਤੜਪਦੀ ਹੋਵੇ, ਜਿਵੇਂ ਮੱਛੀ ਪਾਣੀ ਤੋਂ ਬਾਹਰ ਤੜਪਦੀ। ਇਹ ਖੁਸ਼ ਕਿਉਂ ਆ? ਬੰਦੇ ਨੂੰ ਇਹ ਵੀ ਫਿਕਰ ਹੈ ਕਿ ਦੂਸਰਾ ਖੁਸ਼ ਕਿਉਂ ਹੈ, ਦੂਸਰਾ ਰੋਵੇ ਕੁਰਲਾਵੇ। ਸਿੱਖ ਸਾਧੀ ਨੇ ਕਿਹਾ ਸਭ ਤੋਂ ਵੱਧ ਕਿਸਮਤ ਉਹ ਬੰਦਾ ਹੈ ਜਿਹੜਾ ਦੂਸਰੇ ਦੇ ਦੁੱਖ ਵੇਖ ਕੇ ਖੁਸ਼ ਹੁੰਦਾ, ਤੇ ਸਭ ਤੋਂ ਵੱਧ ਭਲੇ ਭਾਗਾਂ ਵਾਲਾ ਉਹ ਬੰਦਾ ਜਿਹੜਾ ਦੂਸਰੇ ਨੂੰ ਸੁਖੀ ਵੇਖ ਕੇ ਖੁਸ਼ ਹੁੰਦਾ। ਘਰ ਇਨਸਾਫ ਪੁਰਸੀ ਕੇ ਬਾਦੇ ਅਖਤਰ ਕਾ ਸਿਆਸਤ, ਕਿ ਦਰ ਅਜ਼ ਰਾਹਤ ਸ਼ਰੰਜੇ ਦੀਗਰ ਕਾ ਸਿਆਸਤ। ਕਿਸੇ ਦੇ ਰੰਜ ਚ ਖੁਸ਼ ਹੋਣਾ। ਕਹਿਣ ਲੱਗੇ ਤੇ ਪ੍ਰਬੰਧ ਕਰ ਲੈਣੀ ਆ। ਪੁੱਛਿਆ ਇਹ ਹਾਰ ਦੇ ਪੈਸੇ ਕਿੰਨੇ ਕ ਲੈਣੇ ਨੇ? ਕਹਿਣ ਲੱਗੀ ਪੈਸੇ ਨਹੀਂ ਲੈਣੇ, ਪਤੀ ਇੱਕ ਦਿਨ ਆਏ ਤੇ ਮੈਂ ਸੇਵਾ ਕਰਾਂ। ਸੌਦਾ ਹੋ ਗਿਆ, ਹਾਰ ਉਸ ਕੋਲ ਪਹੁੰਚ ਗਿਆ, ਪਤੀ ਉਧਰ ਪਹੁੰਚ ਗਿਆ। ਉਹਨੇ ਚਰਨ ਚੁੰਮੇ, ਕਿਹਾ ਧੰਨਵਾਦ ਹੈ ਤੁਸੀਂ ਆਏ। ਕਹਿਣ ਲੱਗਾ ਧੰਨਵਾਦ ਰਾਣੀ ਦਾ ਕਰ, ਮੇਰਾ ਨਾ ਕਰ। ਉਹਨੇ ਕਹਿਣ ਲੱਗੀ ਉਸਨੇ ਤੇ ਸੌਦਾ ਕੀਤਾ, ਉਸਨੇ ਆਗਿਆ ਤੁਹਾਨੂੰ ਤਾਂ ਦਿੱਤੀ, ਸੌਦਾ ਕੀਤਾ, ਹਾਰ ਲਿਆ। ਤੇ ਕਹਿਣ ਲੱਗਾ ਅੱਛਾ ਮੈਨੂੰ ਵੇਚਿਆ। ਉਸ ਨੂੰ ਹਾਰ ਮੁਬਾਰਕ ਤੇ ਤੈਨੂੰ ਤੇਰਾ ਪਤੀ ਮੁਬਾਰਕ। ਅੱਜ ਤੋਂ ਬਾਅਦ ਮੈਂ ਤੇਰਾ ਪਤੀ ਤੇਰੇ ਕੋਲ ਰਹਾਂਗਾ। ਜਿਸ ਵੇਲੇ ਪਤਾ ਲੱਗਾ ਉਹਨੇ ਹਾਰ ਤੋੜ ਦਿੱਤਾ, ਇੱਕ ਇੱਕ ਮਣਕਾ ਸੁੱਟ ਦਿੱਤਾ, ਹੀਰੇ ਵੱਖ ਵੱਖ ਖਿਲਾਰ ਦਿੱਤੇ। ਤੇ ਉਹਨਾਂ ਬੜਾ ਸੁੰਦਰ ਲਿਖਿਆ, ਕਹਿੰਦੇ ਨੇ ਜੇ ਜਾਣਾ ਹਾਰੀ ਨੂੰ ਹਾਰ ਹਰੇਂਦਾ, ਕਦੇ ਹਾਰੇ ਹੱਥ ਨਾ ਲਾਈ। ਤੁਸੀਂ ਸੁਚੱਜੀ ਕੁਚੱਜੀ ਗੁਣਵੰਤੀ, 3 ਸ਼ਬਦ ਪੜ੍ਹ ਕੇ ਵੇਖੋ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਦੇ ਬਚਨ ਨੇ। ਪਿਛਲਾ ਸ਼ਬਦ ਤੀਜਾ ਗੁਰੂ ਅਰਜਨ ਦੇਵ ਜੀ ਦਾ ਹੈ। ਉਸ ਵਿੱਚ ਕਹਿੰਦੇ ਨੇ ਸੋਨਾ ਰੂਪਾ ਰੰਗਲਾ ਮੈਂ 300 ਲਾਇਆ ਚਿੱਤ ਜਿਓ। ਮੈਂ ਇਹਨਾਂ ਨਾਲ ਚਿੱਤ ਜੋੜ ਲਿਆ। ਮੈਂ ਤੇ ਮਿੱਟੀ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜਿਓ ਹੋ। ਇੰਨੀ ਟੋਲੀ ਭੁੱਲੀ ਅਸਤ ਸਕੰਤ ਨਾ ਬੈਠੀ ਪਾਸ ਜਿਓ। ਪਦਾਰਥਾਂ 'ਚ ਭੁੱਲ ਗਈ, ਪਿਆਰੇ ਵੱਲ ਧਿਆਨ ਨਾ ਕੀਤਾ। ਪਰ ਹੁਣ ਮੈਨੂੰ ਪਤਾ ਲੱਗਦਾ ਕਿ ਇਹ ਤੇ ਮੈਂ ਜ਼ਹਿਰ ਇਕੱਠਾ ਕਰ ਲਿਆ। ਇਹ ਤੇ ਮੈਨੂੰ ਬਿਖ ਲੱਗਦਾ। ਪੂਛੋਂ ਦੀਨ ਭਾਂਤ ਕਰ, ਕੋ ਕਹੈ ਪਿਰਦੇ ਸੰਗ। ਮੈਂ ਦੀਨ ਭਾਂਤ, ਦੀਨ ਦੇ ਅਰਥ 2 ਨੇ।
जोड़ बिल्कुल इको ही है, कोई फर्क नहीं, पर वेखना किस संदर्भ विच, किस संबंध विच वरतिया गया। दीन दा अर्थ धर्म भी है, दीन दा अर्थ गरीब भी है। जिथे आएगा ना कबीर दीन गवाया दुनी स्यो दुनी ना चाली साथ, दीन दा अर्थ धर्म। पर जिथे दीन दर्द दुख भंजना घट घट नाथ अनाथ, दीन दा अर्थ उथे हो गया गरीब। मैं दीना मांगू गरीबां मांगू, जिवें आजिज़ मंगते हुंदे ने। इस हालत विच निमरता विच निमाणी नितानी हो के पुछदे हां, पूछो पूछो दीन भांत कर, को कहे परदेसा क्यों, प्यारे दा देश मैनू दसे। धन सो देश जहां तू वसिया, मेरे सज्जन मीत मुरारे जी हो, वो किथे बसदा है। हियो दियो सब मन तन अर्पो, शीस चरण पर रखियो, मैं चरना ते सिर रख दिया, अपना मन दे दिया। हियो दा इत्थे अर्थ है मन, हियो दियो सब मन तन अर्पो, मन भी तन भी सब कुछ मैं अर्पण कर दिया। एक शब्द बड़ा कारगर होवेगा इत्थे प्रमाण माह विचों, वो है कि एक पिता एक के हम बारक तू मेरा गुरहाई, सुन मीता जियो हमारा बल बल जासी, हर दर्शन देहो दिखाई। सुन मीता तूरी को बल जाही, ये मन तेरो भाई। पाप मलोमा मैं तेरे पैर मलांगी, पाप मलोमा मल मल तोमा, ये मन तैंकू देसा। सुन मीता हूं तेरी शरनाई आया, पर मिलो देव मैं देहो उपदेशा। अगों जवाब मिलिया मान ना कीजै, ये हंकार करना छड्ड दे, इसे ने तेनू दूर कीता। खुद परस्ती खसलते ना पाके, तो खुद परस्ती हंकार करना तेरी बहुत बुरी आदत है। आदतां चंगियां बना, हंकार करना छड्ड दे। खुद परस्ती खसलते ना पाके, तो जां गुजर करदा बमुश्ते खाके हो। खुद परस्ती कार्य नादा आमदा, हक परस्ती जाते ईमाम दा। रब दे प्यारे रब परस्त ने, नादान बंदे खुद परस्त ने हौमे दी गल करनी। जेड़ी भी गल करनी उस विच मैं कर देता, मैं कर देता, मैं ना हुंदा ते हुंदा ही ना। कहंदे ने जे तू ना हुंदा ते फिर की हुंदा। तू ना था तो सब कुछ था, तू ना होता तो क्या होता। डबोया मुझको होने ने, ना मैं होता तो क्या होता। ना हुंदा रब ही ना हुंदा, रब ते हुंदा। इसे तरह ही सारी सृष्टि चलने। बंदे नूं भुलेखा मैं ना रहा तो पता नहीं की हो जाएगा। बंदिया जिस दिन तू नहीं सा उस दिन की होया सी। सृष्टि है सी, कुछ घटिया। इत्थे मैं नहीं रब तो दूर कीता। कहंदे ने मैं चरना ते बंदना करा, चरण बंदना अमोल दासरो, देव साध संगते अरदा के। मैं चरण बंदना करा, अमोल दासरा बन के मन तन सब कुछ दे दिया। साध संगत अगे अरदास, ओहदा अर्थ है अरदास करना। गुरु की संगत विच आके अरदास करा, करो कृपा मैं प्रभु मिलावो, निमख दर्श पेखा के। कृपा करो तुहानू मिले है, मैनू भी मिला दियो। एक निमख भार, एक निमख मिलावो, मोह प्राण पति रे। मन तन अर्पण सब कुछ मैं अर्पण कर दे, अपना आपा दे दे, मैनू प्यारे दे दीदार करवा दियो। करो कृपा मोह प्रभु मिलावो, निमख दर्श पे खा गयो। दृष्ट पाई तब भीतर आयो, मेरा मन तन अनदिन जा अनदिन सीत लग गयो। दृष्टि होई उसकी कृपा तो बगैर ये मंजिल तय नहीं होनी, रब नहीं मिलना। दृष्टि के संबंध विच कुछ कहा, मनुख दे ये कोशिश है सारी मेहनत यतन इत्थे है कि मैं दुनिया की नज़र विच आ जावां, दुनिया की दृष्टि विच आ जावां।
ਅੱਜ ਦੌੜ ਲੱਗੀ ਏ ਸਾਰੀ ਦੁਨੀਆ ਦੀ, ਹਰ ਬੰਦਾ ਚਾਹੁੰਦਾ ਟੀਵੀ ਤੇ ਆ ਜਾਵਾਂ, ਲੋਕੀ ਮੈਨੂੰ ਵੇਖਣ, ਲੋਕਾਂ ਦੀ ਨਜ਼ਰ ਵਿੱਚ ਆ ਜਾਵਾਂ। ਹਰ ਕਿਤੇ ਦਾ ਬੰਦਾ, ਵਪਾਰੀ ਚਾਹੁੰਦਾ ਮੇਰੀ ਵਸਤੂ ਟੀਵੀ ਤੇ ਆ ਜਾਏ, ਲੋਕੀ ਵੇਖਣ, ਜ਼ਿਆਦਾ ਵਿਕੇ। ਹਰ ਮਨੁੱਖ ਦੀ ਇਹ ਦੌੜ ਹੈ, ਮੀਡੀਆ ਵਿੱਚ ਆਵਾਂ, ਲੋਕੀ ਵੇਖਣ, ਮੈਂ ਦੁਨੀਆ ਦੀ ਨਜ਼ਰ ਵਿੱਚ ਕਿਵੇਂ ਆਵਾਂ, ਮੈਂ ਉਹ ਵਸਤੂਆਂ ਰੱਖਾਂ, ਘਰ ਐਸਾ ਬਣਾਵਾਂ ਦੁਨੀਆ ਵੇਖੇ, ਅਸਵਾਰੀ ਐਸੀ ਹੋਵੇ ਦੁਨੀਆ ਵੇਖੇ, ਬਸਤਰ ਐਸੇ ਪਾਵਾਂ ਦੁਨੀਆ ਵੇਖੇ। ਪਰ ਸਿਆਣੇ ਬਜ਼ੁਰਗ ਇੱਕ ਗੱਲ ਕਹਿੰਦੇ ਹੁੰਦੇ ਸਨ, ਉਹ ਇਹ ਕਿ ਦੁਨੀਆ ਦੀ ਨਜ਼ਰ ਵਿੱਚ ਨਹੀਂ ਆਈਦਾ। ਕਿਉਂ? ਕਹਿੰਦੇ ਸਨ ਈਰਖਾ ਜਾਗਦੀ ਹੈ। ਜਿਉਂ-ਜਿਉਂ ਦੁਨੀਆ ਦੀ ਨਜ਼ਰ ਵਿੱਚ ਆਏਗਾ ਨਾ, ਕਿਸੇ ਦੀ ਨਜ਼ਰ ਨਾ ਲੱਗ ਜਾਏ, ਨਜ਼ਰ ਲੱਗਣੀ ਹੋਰ ਕੋਈ ਜੰਤਰ ਮੰਤਰ ਨਾ ਸਮਝ ਲੈਣਾ। ਨਜ਼ਰ ਜਦੋਂ ਲੱਗ ਜਾਏ ਈਰਖਾ ਜਾਗਦੀ ਹੈ, ਤੇ ਈਰਖਾ ਜਾਗਦੀ ਬੰਦਾ ਨੁਕਸਾਨ ਕਰਦਾ, ਕਿਉਂਕਿ ਹਰ ਬੰਦਾ ਤੇ ਬ੍ਰਹਮ ਗਿਆਨੀ ਨਹੀਂ। ਫਿਰ ਮੈਨੂੰ ਸਾਰ ਕਿਤਾਬੀ ਦਾ ਉਹ ਦੋਹਰਾ ਯਾਦ ਆ ਗਿਆ, ਤੁਹਾਨੂੰ ਸੁਣਾ ਦਿਆਂ ਵੀ ਨਜ਼ਰ ਚਾਹੀਏ ਤੇ ਕੀ ਹੁੰਦਾ ਹੈ। ਘਰ ਸੋਹਣਾ ਦੂਸਰੇ ਦਾ, ਬਾਂਦਰ ਇੱਕ ਆਇਆ, ਪਾਲੇ ਚ ਠੁਰੂ ਠੁਰੂ ਪਿਆ ਕਰੇ, ਤੇ ਵੇਖਿਆ ਚਿੜੀ ਦਾ ਘਰ, ਵਿੱਚੋਂ ਉਹਨੇ ਚੁੰਝ ਬਾਹਰ ਕੱਢੀ ਤੇ ਕਹਿਣ ਲੱਗਾ, ਵਾਹ ਬੜਾ ਸੋਹਣਾ ਬਣਾਇਆ ਤੂੰ। ਤੇ ਕਹਿਣ ਲੱਗੀ, ਮੈਂ ਤੇ ਬਣਾਇਆ, ਰੱਬ ਨੇ ਮੈਨੂੰ ਹੱਥ ਨਹੀਂ ਦਿੱਤੇ। ਚੁੰਝ ਨਾਲ ਤੀਲੇ ਲਿਆਂਦੇ ਤੇ ਲਿਆ ਕੇ ਵੇਖ ਮੈਂ ਕਸੀਦਾ ਕੈਸਾ ਕੱਢਿਆ, ਘਰ ਬਣਾਇਆ। ਤੇ ਕਹਿਣ ਲੱਗੀ, ਤੈਨੂੰ ਤੇ ਰੱਬ ਨੇ ਹੱਥ ਵੀ ਦਿੱਤੇ, ਪੈਰ ਵੀ ਦਿੱਤੇ, ਬੰਦਿਆਂ ਵਾਲਾ ਤੇਰਾ ਆਕਾਰ, ਤੇ ਤੂੰ ਕਿਉਂ ਨਹੀਂ ਬਣਾ ਲੈਂਦਾ? ਪਾਲੇ ਚ ਠਰਨਾ ਪਿਆ। ਕਹਿਣ ਲੱਗਾ, ਅੱਛਾ ਮੈਨੂੰ ਉਪਦੇਸ਼ ਦੇਣੀ? ਦੋਏ ਘਰ, ਘਰ ਦਾ ਅਰਥ ਹੁੰਦਾ ਹੱਥ, ਦੋਏ ਘਰ ਦੋਏ ਪੱਗ, ਇਹ ਤਰਫ ਦਿਸੀਅਤ, ਤੈਨੂੰ ਦਿਸਦਾ ਵੀ ਹੈ, ਅੱਖਾਂ ਵੀ ਹੈ, ਪੁਰਖ ਆਕਾਰ, ਆਕਾਰ ਤੇਰਾ ਬੰਦਿਆਂ ਵਰਗਾ। ਸੀਤ ਵਾਤ ਕੇ ਘਾਤ ਹਿਤ, ਸੀਤ ਇਹ ਠੰਡ, ਵਾਤ ਗਰਮੀ, ਸੀਤ ਵਾਤ ਕੇ ਘਾਤ ਹਿਤ, ਕਿਉਂ ਨਾ ਕਰੋ ਆਗਾਰ? ਆਗਾਰ ਹੁੰਦਾ ਘਰ, ਘਰ ਕਿਉਂ ਨਹੀਂ ਬਣਾਉਂਦਾ? ਕਹਿਣ ਲੱਗਾ, ਸੂਈ ਵਰਗਾ ਤੇਰਾ ਮੂੰਹ, ਤੇ ਸਾਨੂੰ ਉਪਦੇਸ਼ ਕਰਨੀ ਹੈ। ਸੂਈ ਮੁਖ ਵਿਚਾਰਨੀ, ਰੰਡੇ ਪੰਡਤ ਰਾਰ, ਨੈ ਬਲ ਨਿਜ ਗ੍ਰਹਿ ਰਚਨ ਮੈਂ ਸਮਰਥ ਹੱਥ ਤਬ ਦਵਾਰ। ਮੇਰੇ ਖਾਨਦਾਨ ਅੱਜ ਤੱਕ ਨਾ ਕਿਸੇ ਘਰ ਬਣਾਇਆ ਤੇ ਨਾ ਬਣਾਏਗਾ, ਪਰ ਤੇਰਾ ਜ਼ਰੂਰ ਢਾ ਕੇ ਜਾਵਾਂਗਾ। ਜੈਸੇ ਕੈਸੇ ਪੁਰਖ ਕੋ ਦੇ ਉਪਦੇਸ਼ ਨ ਸੰਤ, ਮੂਰਖ ਕਪ ਬਿਨ ਗ੍ਰਹਿ ਕਰੀ ਚਟਕਾ ਜੋ ਗ੍ਰਹਿ ਵੰਤ। ਉਹ ਵਿਚਾਰੀ ਦਾ ਘਰ ਢਾ ਦਿੱਤਾ, ਕਹਿਣ ਲੱਗਾ ਬਰਾਬਰ ਹੋ ਕਰ। ਹੁਣ ਬਹੁਤੇ ਐਸੇ ਨੇ, ਆਪ ਤੇ ਕਰਨਾ ਕੁਛ ਨਹੀਂ ਤੇ ਦੂਸਰੇ ਦਾ ਕੁਛ ਰਹਿਣ ਨਹੀਂ ਦੇਣਾ। ਉਹ ਚਾਹੁੰਦੇ ਨੇ ਮੇਰਾ ਤੇ ਨਹੀਂ ਬਣਿਆ ਪਰ ਦੂਸਰੇ ਦਾ ਕਿਉਂ? ਮੈਂ ਤੇ ਸੁਖੀ ਨਹੀਂ ਹੋਣਾ ਪਰ ਦੂਸਰਾ ਸੁਖ ਦੀ ਨੀਂਦਰੇ ਕਿਉਂ ਸਵੇਂ? ਕਿ ਹਾਂ ਜੇ ਤੂੰ ਕਦੀ ਰੱਬ ਦੀ ਨਜ਼ਰ ਵਿੱਚ ਆ ਜਾਏ, ਦੁਨੀਆ ਦੀ ਨਜ਼ਰ ਵਿੱਚ ਤੇ ਇਹੋ ਕੁਝ ਹੋਏਗਾ, ਪਰ ਜੇ ਰੱਬ ਦੀ ਨਜ਼ਰ ਵਿੱਚ ਆ ਜਾਏ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਧਨ ਨੇ ਉਹ ਜਿਹੜੇ ਗੁਰੂ ਦੀ ਨਜ਼ਰ ਵਿੱਚ ਆ ਗਏ। ਫਿਰ ਗੁਰੂ ਦੀ ਨਜ਼ਰ ਵਿੱਚ ਆਉਣ ਵਾਸਤੇ ਨਾ ਕੋਈ ਝੂਠ ਬੋਲਣਾ ਪਿਆ, ਨਾ ਕੋਈ ਫਰੇਬ ਕਰਨਾ ਪਿਆ, ਨਾ ਕੋਈ ਧੋਖਾ ਕਰਨਾ ਪਿਆ, ਸ਼ੁਭ ਕੰਮ ਕਰਨੇ ਪਏ। ਜਦੋਂ ਉਸ ਦੀ ਦ੍ਰਿਸ਼ਟੀ ਹੋ ਗਈ, ਉਸ ਦੀ ਦ੍ਰਿਸ਼ਟੀ ਨਾਲ ਪ੍ਰਮਾਤਮਾ ਅੰਦਰ ਆ ਵਸਿਆ। ਹੈ ਤੇ ਪਹਿਲੇ ਹੀ ਸੀ, ਅਨੁਭਵ ਨਹੀਂ ਸੀ। ਜਿਨ੍ਹਾਂ ਨੂੰ ਮਿਲਿਆ ਨਾ ਉਹਨਾਂ ਇੱਕ ਗੱਲ ਕਹੀ ਹੈ, ਖਾਨਾ ਦਿਲ ਮੇਂ ਛੁਪਾ ਥਾ ਮੁਝੇ ਮਾਲੂਮ ਨਾ ਥਾ। ਦਿਲ ਦੇ ਘਰ ਵਿੱਚ ਤੂੰ ਛੁਪਿਆ ਬੈਠਾ ਸਾਂ, ਪਰ ਮੈਨੂੰ ਪਤਾ ਨਹੀਂ ਸੀ, ਕਿਉਂਕਿ ਮੈਂ ਅੰਦਰ ਕਦੀ ਵੇਖਿਆ ਹੀ ਨਹੀਂ। ਮੇਰੀ ਦ੍ਰਿਸ਼ਟੀ ਬਾਹਰ, ਮੇਰਾ ਧਨ ਬਾਹਰ, ਮੇਰਾ ਘਰ ਬਾਹਰ, ਮੇਰਾ ਪਰਿਵਾਰ ਬਾਹਰ, ਮੇਰਾ ਸਭ ਕੁਛ ਹੀ ਬਾਹਰ। ਜੇ ਧਾਰਮਿਕ ਸਥਾਨ ਵੀ ਬਣਾਏ ਮੈਂ ਬਾਹਰ। ਧਾਰਮਿਕ ਸਥਾਨਾਂ ਤੇ ਇੱਕ ਪ੍ਰੇਰਨਾ ਦਿੱਤੀ ਸੀ ਕਿ ਸਭ ਕੁਛ ਘਰ ਮੈਂ, ਬਾਹਰ ਨਹੀਂ। ਬਾਹਰ ਟੋਲੇ ਸੋ ਭਰਮ ਭੁਲਾਏ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ, ਪਰ ਅੰਦਰ ਤੇ ਧਿਆਨ ਹੀ ਨਾ ਗਿਆ। ਤੂੰ ਕੋਲ ਬੈਠਾ ਸਾਂ, ਸੇਜੇ ਰਮਤ ਨੈਣ ਨਹੀਂ ਪੇਖੋ। ਇਹ ਦੁੱਖ ਕਾਂ ਸਿਉ ਕਹੋ ਰੇ। ਉਸਨੇ ਦ੍ਰਿਸ਼ਟੀ ਦੇ ਕੇ ਤੇ ਅੰਦਰੋਂ ਹੀ ਬੋਲ ਪਿਆ। ਗੁਰੂ ਦੇ ਸ਼ਬਦ ਰਾਹੀਂ ਗੋਬਿੰਦ ਗੱਜ ਪਿਆ, ਜਿਸ ਨੂੰ ਢੂੰਡਣਾ ਆ ਮੈਂ ਤੇਰੇ ਕੋਲ ਬੈਠਾ ਹੋਇਆ। ਇੱਕ ਸ਼ਬਦ ਸਰਵਣ ਕਰੋ,
ਪੰਚੇ ਸ਼ਬਦ ਵਜੇ ਮਤ ਗੁਰਮਤ ਵਡ ਭਾਗੀ, ਅਨਹਦ ਵਜਿਆ ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗੱਜਿਆ। ਸ਼ਬਦ ਦਾ ਅਭਿਆਸ ਕਰੋ, ਬਾਣੀ ਨਾਲ ਜੁੜੋ, ਫਿਰ ਪਹਿਲੋਂ ਤੇ ਅਸੀਂ ਬੋਲਨੇ ਆ, ਫਿਰ ਅੰਦਰੋਂ ਗੋਬਿੰਦ ਗੱਜਦਾ, ਫਿਰ ਪ੍ਰਮਾਤਮਾ ਬੋਲਣ ਲੱਗ ਪੈਂਦਾ। ਇਹ ਸੱਚ ਜੇ ਬਿਲਕੁਲ ਕਰਕੇ ਵੇਖੋ, ਜਿੰਨਾ ਵੇਖਿਆ ਪਹਿਲੋਂ ਸਿੱਖ ਕਰਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਫਿਰ ਵਾਹਿਗੁਰੂ ਅੰਦਰੋਂ ਬੋਲਦਾ ਹੈ ਕਿ ਮੈਂ ਹਾਂ, ਇਹ ਫਿਰ ਉਹਦੀ ਆਵਾਜ਼ ਹੋ ਜਾਂਦੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਾਣੀ ਆਪ ਪੜਦਾ, ਫਿਰ ਇੱਕ ਦਿਨ ਉਹ ਅੰਦਰੋਂ ਬੋਲਦਾ। ਇਹ ਅੰਦਰ ਬਾਹਰ ਦਾ ਜੋੜ ਜੁੜਦਾ, ਇਸੇ ਨਾਲ ਹੀ ਅੰਮ੍ਰਿਤ ਦੀ ਪ੍ਰਾਪਤੀ ਹੋਣੀ ਹੈ। ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦ ਕਾਢ ਪੀਏ ਪਨਹਾਰੇ। ਉਸ ਦੀ ਨਜ਼ਰ ਹੋ ਗਈ, ਉਸ ਦੀ ਮਿਹਰ ਹੋ ਗਈ, ਤੇ ਹੋਣੀ ਕਿਵੇਂ ਹੈ? ਇਹ ਥੋੜਾ ਜਿਹਾ ਰਾਜ਼ ਇਹ ਸਮਝਣ ਵਾਲਾ ਹੈ। ਭਾਈ ਗੁਰਦਾਸ ਜੀ ਨੇ ਖੋਲਿਆ, ਕਹਿੰਦੇ ਨੇ ਕਰਨ ਕਾਰਨ ਸਮਰੱਥ ਹੈ। ਕਿਹੜਾ ਕੰਮ ਹੈ ਜਿਹੜਾ ਰੱਬ ਨਾ ਕਰ ਸਕੇ, ਉਹ ਕਰਨ ਦੇ ਸਮਰੱਥ ਹੈ। ਪਰ ਨਾਲ ਕਿਹਾ ਸਾਧ ਸੰਗਤ ਦਾ ਕਰੇ ਕਰਾਇਆ, ਭਰੇ ਭੰਡਾਰੇ ਅਪਾਰ ਹਨ, ਸਾਧ ਸੰਗਤ ਦਾ ਦੇ ਦਿਵਾਇਆ। ਉਹ ਸਮਰੱਥ ਹੈ, ਪਰ ਸੰਗਤ ਕੋਲੋਂ ਕਰਵਾ ਦਿੰਦਾ। ਦਾਨ ਤੇ ਉਹਨੇ ਦੇਣਾ, ਸੰਗਤ ਕੋਲੋਂ ਦਿਵਾ ਦਿੰਦਾ ਕਿ ਸੰਗਤ ਵਿੱਚ ਆਓ। ਮੈਂ ਕਿੱਥੇ ਰਹਿਣਾ? ਸੰਗਤ ਵਿੱਚ ਰਹਿਣਾ। ਬਾਬਾ ਮੜੀ ਨਾ ਘੂਰ ਗੁਰ ਅੰਗਦ ਕੇ ਹੀਏ, ਮੈਂ ਪੁਣ ਸਤ ਸੰਗਤ ਔਰ ਨਿਸ ਦਿਨ ਬਸਬੋ ਮੈਂ ਕਰੋ। ਕਿਰਪਾ ਕਰ ਦਿੱਤੇ ਦ੍ਰਿਸ਼ਟ ਪਈ ਤਾਂ ਪੀਤਰ ਆਇਓ, ਮੇਰਾ ਮਨ ਅਨ ਦਿਨ ਜਾਗਿਓ, ਮੇਰਾ ਮਨ ਅਨ ਦਿਨ ਸੀਤ ਲਾਗਿਓ। ਹਰ ਰੋਜ਼ ਮੇਰਾ ਮਨ ਸ਼ਾਂਤ ਹੋ ਗਿਆ, ਸੀਤਲ ਹੋ ਗਿਆ। ਇੱਥੇ ਇੱਕ ਬੜੀ ਪਿਆਰੀ ਘਟਨਾ ਮੈਨੂੰ ਯਾਦ ਆਈ ਕਿ ਲక్ష్ਮੀ ਨੇ ਇੱਕ ਦਿਨ ਪੁੱਛਿਆ, ਕਹਿਣ ਲੱਗੀ ਭਗਵਾਨ ਤੂੰ ਸਭ ਕੁਝ ਹੀ ਬੰਦੇ ਨੂੰ ਦੇ ਦਿੱਤਾ, ਇਹਨੇ ਤੇ ਤੇਰੇ ਕੋਲ ਆਉਣਾ ਹੀ ਨਹੀਂ। ਹੁਣ ਕਹਿਣ ਲੱਗਾ ਨਹੀਂ, ਇੱਕ ਚੀਜ਼ ਬਚਾ ਕੇ ਰੱਖ ਲਈ, ਇਹਨੂੰ ਆਉਣਾ ਪਵੇਗਾ, ਭਾਵੇਂ ਕਿਤੇ ਫਿਰ ਲਵੇ, ਅਖੀਰ ਇਹਨੂੰ ਆਉਣਾ ਹੀ ਪੈਣਾ। ਉਹ ਕਹਿਣ ਲੱਗੀ ਉਹ ਕੀ ਬਚਾ ਕੇ ਰੱਖਿਆ ਅੱਜ? ਕਹਿਣ ਲੱਗੇ ਸੋਨਾ ਤੇ ਮੈਂ ਇਹਨੂੰ ਦੇ ਦਿੱਤਾ, ਹੀਰੇ ਮੈਂ ਇਹਨੂੰ ਦੇ ਦਿੱਤੇ, ਪਦਾਰਥ ਮੈਂ ਇਹਨੂੰ ਦੇ ਦਿੱਤੇ, ਸਭ ਕੁਝ ਦੇ ਦਿੱਤਾ, ਸ਼ਾਂਤੀ ਨਹੀਂ ਦਿੱਤੀ, ਉਹ ਆਪਣੇ ਕੋਲ ਰੱਖੀ ਹੈ। ਤੇ ਜਦੋਂ ਬਾਹਰੋਂ ਇਹ ਦੁਖੀ ਹੋਵੇਗਾ ਨਾ, ਸਭ ਕੁਝ ਪਾ ਕੇ ਆਖੇਗਾ ਚਲੋ ਗੁਰਦੁਆਰੇ ਚੱਲੀਏ, ਮਨ ਦੀ ਸ਼ਾਂਤੀ ਆਵੇ। ਇਸੇ ਲਈ ਆਉਨੇ। ਜੇ ਮਨ ਦੀ ਸ਼ਾਂਤੀ ਵੀ ਨਾ ਹੁੰਦੀ ਨਾ, ਕਦੀ ਕਿਸੇ ਨਹੀਂ ਸੀ ਆਉਣਾ। ਇਹ ਜੇ ਦੁੱਖ ਨਾ ਹੁੰਦੇ ਤੇ ਮੈਂ ਕਹਿੰਦਾ ਸ਼ਾਇਦ ਰੱਬ ਦੇ ਵੀ ਦਰਵਾਜ਼ੇ ਬੰਦ ਹੋ ਜਾਂਦੇ। ਦੁੱਖ ਆਉਂਦੇ ਨੇ ਕੇਤਿਆਂ ਦੁੱਖ ਭੂਖ ਸਦ ਮਾਰੇ ਪੇ ਦਾਤ ਤੇਰੀ ਦਰਬਾਰ ਦਾਤਾ। ਸਭ ਕੁਝ ਪਾ ਕੇ ਜਦੋਂ ਮਨ ਪਰੇਸ਼ਾਨ ਹੈ, ਕਹਿੰਦੇ ਆ ਹੁਣ ਬਾਣੀ ਪੜ੍ਹੀਏ, ਕਿਉਂ? ਮਨ ਨੂੰ ਸ਼ਾਂਤੀ ਆਵੇ। ਸਤਿਗੁਰੂ ਦੇ ਦਰ ਚੱਲੀਏ, ਮਨ ਨੂੰ ਸ਼ਾਂਤੀ ਆਵੇ। ਚਲੋ ਸੇਵਾ ਕਰੀਏ, ਮਨ ਨੂੰ ਸ਼ਾਂਤੀ ਆਵੇ। ਕਹਿੰਦੇ ਨੇ ਮੇਰਾ ਮਨ ਵੀ ਸੀਤਲ ਹੋ ਗਿਆ, ਤਨ ਵੀ ਸੀਤਲ ਹੋ ਗਿਆ। ਕਹੋ ਨਾਨਕ ਰਸ ਮੰਗਲ ਗਾਏ, ਸ਼ਬਦ ਅਨਾਹਦ ਬਾਜਿਓ। ਇੱਥੇ ਥੋੜਾ ਜਿਹਾ ਸਮਾਂ ਰਹਿੰਦਾ, 10 ਮਿੰਟ ਆਪਾਂ ਲਾਵਾਂਗੇ। ਅਨਾਹਦ ਸ਼ਬਦ ਤੇ ਸਾਰੇ ਸੱਜਣ ਮੰਨਦੇ ਨੇ। ਗੁਰਮਤਿ ਵਿੱਚ ਅਨਾਹਦ ਸ਼ਬਦ ਕੀ ਹੈ? ਅਨਾਹਦ ਬਹੁਤੇ ਤੇ ਇਹ ਨੇ, ਹਾਲਾਂ ਪੂਰਾ ਪਤਾ ਵੀ ਨਹੀਂ ਤੇ ਆਖਣਗੇ ਜੀ ਮੈਨੂੰ ਵੱਜ ਗਿਆ, ਮੇਰੇ ਅਨਾਹਦ ਵੱਜ ਗਏ ਆ। ਅਨਾਹਦ ਸ਼ਬਦ ਬਾਰੇ ਕਿਹਾ ਜੀ 5 ਤਰ੍ਹਾਂ ਦੇ ਸ਼ਬਦ ਨੇ, ਉਹ ਵੱਜਦੇ ਨੇ। ਵਾਜੇ 5 ਸ਼ਬਦ ਤੇ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਥਾਰੀਆ। ਬਾਣੀ ਪੜ੍ਹਦੇ ਹੋ, ਅਸਲ ਵਿੱਚ ਵਾਜਾਂ ਹੈ ਨਹੀਂ 5। ਕਿਹੜੀਆਂ? ਤਤ ਤੰਤੀ ਵਿੱਚ ਚਰਮ ਕਾ ਘਣ ਘਾਸ਼ੀ ਕੋ ਜਾਨ, ਨਾਦ ਸ਼ਬਦ ਖਟ ਕੋ ਕਹੇ ਸੁਗਰ ਸਵਾਸ ਪਹਿਚਾਨ। ਔਰ ਮੈਂ ਹੈਰਾਨ ਹੋਇਆ, ਇਹ ਤੇ 5 ਸਨ। ਮਹਾਤਮਾ ਸੁੰਦਰਦਾਸ ਨੇ 10 ਲਿਖੇ ਨੇ। ਉਹ ਕਹਿੰਦਾ ਕਿਹੜੇ ਕਿਹੜੇ ਅਨਹਦ ਵੱਜਦੇ ਨੇ? ਪ੍ਰਥਮੇ ਭਰਮਰ ਗੁਜਾਰ ਸੰਖ ਤੁਨ ਦੁਤੀਆ ਕਹੀਜੈ, ਤ੍ਰਿਤੀਆ ਬਜੇ ਮਰਦੰਗ, ਚਤੁਰਥੋ ਤਾਲ ਸੁਣੀਜੇ, ਪੰਚਮ ਘੰਟਾ ਨਾਦ, ਖਸ਼ਟਮ ਬੀਨਾ ਤੁਨ ਹੋਈ, ਸਪਤਮ ਬਾਜੇ ਫੇਰ ਖਸ਼ਟਮ ਧੁੰਦ ਬੀਜ ਹੋਈ, ਨੌਵੇਂ ਗਰਜ ਸਮੁੰਦਰ ਕੀ, दसम में कोखे गुणे का सुंदर अनहद शब्द को 10 प्रकार जोगी सुने। एक गल स्पष्ट है कि कन्ना का विषय नहीं, क्योंकि आवाज नहीं, कन्ना का विषय नहीं। यदा भाव अनुभव होंदा।
ਜੋ ਬਾਹਰੋਂ ਸੁਣਿਆ ਉਹੋ ਹੀ ਅਨੁਭਵ ਅੰਦਰ ਹੁੰਦਾ। ਜੇ ਕੰਨਾਂ ਦਾ ਵਿਸ਼ਾ ਹੁੰਦਾ ਫਿਰ ਤੇ ਹਰ ਇੱਕ ਸੁਣਦਾ, ਕਿਉਂਕਿ ਕੰਨ ਹਰ ਇੱਕ ਨੂੰ ਮਿਲੇ ਹੋਏ ਨੇ। ਕੰਨਾਂ ਦਾ ਵਿਸ਼ਾ ਨਹੀਂ, ਸਾਰੇ ਕਹਿੰਦੇ ਨੇ ਅੰਦਰ ਵੱਜਦਾ ਜੀ, ਇਕਾਗਰ ਹੋ ਕੇ ਸੁਣੋ। ਬਹੁਤ ਵਾਰੀ ਐਸਾ ਵੀ ਜੇ ਇੱਕ ਭੁਲੇਖਾ ਹੋਰ ਨਾ ਖਾਣਾ। ਯੋਗੀ ਲੋਕ ਵੀ ਇਸ ਗੱਲ ਨੂੰ ਮੰਨਦੇ ਸਨ ਕਿ ਨਾੜੀਆਂ ਦੇ ਘਰਸਨ ਨਾਲ ਖੂਨ ਚੱਲਦਾ ਹੈ ਨਾ, ਇੱਕ ਆਵਾਜ਼ਾਂ ਬਹੁਤ ਪੈਦਾ ਹੁੰਦੀਆਂ ਨੇ। ਉਹਨਾਂ ਨੂੰ ਭੁੱਲ ਕੇ ਕੋਈ ਅਨਾਹਦ ਅਨਾਜ ਨਾ ਸਮਝ ਲਵੇ। ਗੁਰਮਤ ਵਿੱਚ ਅਨਾਹਤ ਦੀ ਵਿਆਖਿਆ ਕੀ ਹੈ? ਮੈਂ ਪੰਕਤੀਆਂ ਤੁਹਾਡੇ ਸਾਹਮਣੇ, ਆਪਣੀਆਂ ਦਲੀਲਾਂ ਨਹੀਂ, ਜੋ ਗੁਰੂ ਦਾ ਫੈਸਲਾ ਮੈਂ ਤੁਹਾਡੇ ਸਾਹਮਣੇ ਰੱਖਾਂ। ਹਮ ਕਰ ਸਾਜਨ ਆਏ, ਇਹ ਸ਼ਬਦ ਆਮ ਕਰਕੇ ਨਾ ਜਿਸ ਵੇਲੇ ਟੁਕਾ ਹੁੰਦਾ ਨਾ, ਮਿਲਣੀ ਹੁੰਦੀ, ਉਸ ਵੇਲੇ ਆਖਿਆ ਜਾਂਦਾ ਗ੍ਰੰਥੀ ਸਿੰਘਾਂ ਨੂੰ ਪੜ੍ਹ ਦਿਓ ਜੀ, ਹਮ ਘਰ ਸਾਜਨ ਆਏ। ਪਰ ਉਹ ਗੱਲ ਹੋ ਰਹੀ ਇਹ ਹੈ, ਹਿਰਦੇ ਘਰ ਵਿੱਚ ਰੱਬ ਦੇ ਆਉਣ ਦੀ ਗੱਲ ਹੈ। ਹਮ ਘਰ ਸਾਜਨ ਆਏ, ਸਾਚੇ ਮੇਲ ਮਿਲਾਏ। ਹੁਣ ਜੇ ਬਾਹਰ ਦੀ ਗੱਲ ਹੋਏ ਵੀ ਰੱਬ ਨੇ ਮੇਲ ਮਿਲਾਇਆ ਤੇ ਫੇਰ ਘੱਟੋ ਘੱਟ ਸਿੱਖ ਬਣ ਕੇ ਤੇ ਆਓ। ਪਰ ਬਰਾਤੀਆਂ ਦੀ ਕੋਈ ਗੱਲ ਹੁੰਦੀ ਹੈ, ਉਸ ਵੇਲੇ ਸਿੱਖਾਂ ਵਾਲੀ ਚੰਗੀ ਤਰ੍ਹਾਂ ਆਪ ਵੇਖ ਦਿਓ ਕੀ ਬਣਿਆ ਹੁੰਦਾ। ਹਮ ਕਰ ਸਾਜਣ ਆਏ, ਸਾਚੇ ਮੇਲ ਮਿਲਾਏ, ਸਹਿਜ ਮਿਲਾਏ, ਹਰ ਮਨ ਭਾਏ, ਪੰਚ ਮਿਲੇ ਸੁਖ ਪਾਇਆ। ਸਾਈ ਵਸਤ ਪ੍ਰਾਪਤ ਹੋਈ, ਜਿਸ ਛੇਤੀ ਮਨ ਲਾਇਆ। ਉਹ ਕਿਹੜੀ ਵਸਤੂ? ਅਣਦਿਨ ਮੇਲ ਭਇਆ, ਮਨ ਮਾਨਿਆ, ਘਰ ਮੰਦਰ ਸੁਹਾਏ। ਅਗਲੀ ਪੰਕਤੀ ਪੜੋ, ਅਨਹਦ ਦੇ ਸ਼ਬਦ ਸਪਸ਼ਟ ਹੋ ਜਾਣਗੇ। ਪੰਜ ਸ਼ਬਦ ਤੁਨੇ ਅਨਹਦ ਵਾਜੇ, ਹਮ ਘਰ ਸਾਜਨ ਆਏ। ਸਾਜਨ ਪਹਿਲੇ ਆਏ, ਵਾਜੇ ਬਾਅਦ ਵਿੱਚ ਵੱਜੇ। ਹੁਣ ਜੇ ਆਖੀਏ ਵਾਜੇ ਵੱਜਣ ਨਾਲ ਹੀ ਸੱਜਣ ਆ ਜਾਣ, ਰਿਸ਼ਤਾ ਕਿਤੇ ਕੀਤਾ ਹੀ ਨਾ ਹੋਵੇ ਤੇ ਬੰਦਾ ਬੈਂਡ ਲੈ ਕੇ ਅਗਲਿਆਂ ਦੇ ਘਰ ਪਹੁੰਚ ਜਾਏ, ਸ਼ਾਦੀ ਹੋ ਜਾਏਗੀ। ਨਹੀਂ, ਰਿਸ਼ਤਾ ਹੁੰਦਾ, ਮੇਲ ਹੁੰਦਾ, ਵਾਜੇ ਤਾਂ ਵੱਜਦੇ ਨੇ। ਇੱਥੇ ਤੇ ਮੈਂ ਵੇਖਿਆ ਕੁਝ ਐਸੀ ਰੌਂ ਚੱਲ ਗਈ ਹੈ, ਇਸ ਗੱਲ ਨੂੰ ਨਾ ਸਮਝਦੇ ਹੋਏ ਕਹਿੰਦੇ ਨੇ ਜੀ ਬਾਕੀ ਸਭ ਕੁਛ ਹੈ। ਬਾਣੀ ਪੜਨ ਦਾ ਵੀ ਕੋਈ ਫਾਇਦਾ ਨਹੀਂ, ਨਿਤਨੇਮ ਦਾ ਵੀ ਕੋਈ ਫਾਇਦਾ ਨਹੀਂ। ਹੱਦ ਹੋ ਗਈ। ਮੈਂ ਤੇ ਕਿਤੇ ਬਾਣੀ ਸਾਹ ਪੜ੍ਹ ਕੇ ਨਾ ਇੱਕ ਪਾਸਿਓਂ ਖੋਜ ਕੇ ਹੈਰਾਨ ਹੋਇਆ, ਕਿਤੇ ਨਹੀਂ ਲਿਖਿਆ ਕਹੋ ਨਾਨਕ ਸੁਣ ਰੇ ਮਨਾ, ਸੁਣ ਅਨਹਦ ਹੋਏ ਉਧਾਰ। ਹੈ ਕਿਤੇ ਤੇ ਦੱਸ ਦਿਓ। ਹਾਂ, ਇਹ ਤੇ ਹੈ, ਨਾਨਕ ਕਹੇ ਸੁਣ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਇਹ ਤੇ ਹੈ ਕਿ ਸੁਣਿਆ ਦੁਖ ਪਾਪ का नाश। अनहद जो है भाई, ये एक संगीतक अवस्था है। ये तो मेल दे बाजे ने, परमात्मा मिल गया, निरंकार मिल गया, गुरु ने बजाए ने। रब दे घर हमेशा बाजे बजते ने। केड़े बजते ने? रोज पढ़ते हो, वाजे नाद अनेक असंखा, केते वामन हारे, केते तेरे राग परी से कहीं, केते तेरे गावन हारे। तेरे दर ते बहुत वाजे बज रहे ने। संगीत ही संगीत है। वो तेरे पाने में चलन वाले सारे तेनों गा रहे ने। कुछ पंक्तियां होर सुना दे ताकि किसी सज्जन को कुछ शक ना रह जाए। वेखो, ये हवा कोल को वाजा जोड़ी नहीं, पर गा रही है, अग अग गा रही है। कोई इसके कोल वाजा जोड़ी नहीं। गावण तुदनों पाउण पानी बै संतर गावे, राजा धर्म द्वारे। सब गा रहे, धर्म राजा गा रहे है। ये राज एक थां ते होर खोलिया। पै विच पवन वह सदवाओ, पै विच चलन लख दरियाओ, पै विच अगन कड्डे बेगार, पै विच धरती दबी पार, पै विच इंद फिरे सिर फार, पै विच राजा धर्म द्वार, पै विच सूरज, पै विच चंद, कोह करोड़ी चलतनांत। सारे ही हुक्म विच ने, सारे गा रहे ने। एक बचन होर कहते ने, सृष्टि गा रही है। जिवें आरती बारे कहा सी ना, उन्हें क्या हो रही है? आरती हो रही, तुसी शामिल हो जाओ, हो रही है। कैसी आरती होए, पवखंडना तेरी आरती कहते ने। कीर्तन हो रहा है, रब दा कीर्तन हो रहा है, अनहद वज रहा है, तुसी शामिल हो जाओ। पातशाह किवें? वो कहते ने, धरते आकाश पताल है, मेरी जिंदड़ी है, सब हर हर नाम ते आवे राम। पौन पानी बसंतरो, मेरी जिंदड़ी है, सब हर 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 जस गावे राम। सारे ही उसनू गा रहे ने। उन्होंने कहा रजा विच आ जाओ, पाने विच आ जाओ। पाने नो मुंह मोड़न करके दूर हो गए।
दूर हो गया। हुण विछोड़े का एहसास वो भी नहीं पूरा जाग रहे आ। भाई वीर सिंह होरां एक बड़ी सुंदर गल लिखी सी, कहंदे ने विछड़िया ते कोई नहीं विछड़िया रहन दे, तेरी मर्जी है, जदों मिलना मिली, पर एक गल मैनू जरूर याद रहे, ये ना भुल जाए कि मैं मिलिया, ये ना भुल जाए, मैनू याद रहे मैं अजे मिलिया नहीं, मैं विछड़िया होया, जदों तेरी मर्जी है मिल लवी। लेकिन मैनू ये याद जरूर रहे, जिन्होंने ये भुलेखा पै गया तो मैं तो मिलिया ही हाँ। माया दे नशे विच धुत होवे ना बंदा, जिवें दूसरिया नशियां विच नशेड़ी धुत हो के फिरदा, उन्हें तो पता ही नहीं अपना घर किहड़ा है ते पराया घर किहड़ा। जिहड़ा रज़ा विच आ गया, भाणे विच आ गया, बाणी दा आनंद आएगा, जीवन एक संगीत बनेगा, बिरहों जो है एक चाह बन जाएगा। रोना धोना हुण अथरू सुक जाणगे, हुण चेहरे ते विकास आ जाएगा। एक गल बचा लो, बाकी सब कुछ बच जाएगा। छोटी जी एक कथा कहा, इस दे नाल समाप्ति करांगा। एक बहुत वड्डा सजंदा सी, दूरों दूरों लोकी सुनन आउंदे सन। किसी महफल च गया, उन्हें बड़ा धन दिता, सोने दियां मोहरां दित्तियां, जा रहा सी वापस। अचानक जंगली रस्ता सी ते डाकू मिल गए, उन्हें सब कुछ खो लिया। मोहरां डाकुआं खो लियां, और एक गल होर, उहदा साज भी खो लिया। रो पिया। मोहरां खोईयां नहीं सी रोया, पर जदों साज खोया ना उहदा, रो पिया। कहन लगे हुण क्यों रोया? कहन लगा मोहरां लै जाओ, मेरे कपड़े भी ला के बेशक लै जाओ, पर साज मेरा मैनू दे दिओ। एक डाकू दे मन च ध्यान आया, होंदे ते बड़े बेरहम ने, पर ध्यान आ गया। कहन लगा तुसी की करोगे, इनू तोड़ ही दिओगे, वजाउणा ते किसे नूं आउंदा नहीं, दे दिओ। दे दिता, उन्हें छाती नाल लगाया। उन्हें सारा गम भुल गया। सजंदे नूं साज नाल प्यार हुंदा। जिहड़े चंगे सजंदे ने ना, वेखिया वो साज वेचदे कदी नहीं, वजाउंदे ने, प्यार रहिंदा। वो उत्थे ही बैठ गया ते बैठ के वजाउण लग पिया। वो डाकुआं सुनिया, ऐसा मस्त वजाया, वापस आ गया। उन्हें की कीता, जिहड़ा ओहदा धन सी ना, सारा उन्हें वापस कर दिता, ते कुछ अपने कोलों भी दे के कहन लगे बाबा तेन तेरे घर छड्ड आईए, क्योंकि होर टोले भी फिरदे, कोई होर ना लुट ले, तेरे घर छड्ड आईए। जदों गए तो कहन लगा भाई एक गल मैं तुहानूं दसां, ये पल्ले बन लो, जिसने मैनू अज बचाया को औकड़ बनी, तुसी भी बचोगे। कहन लगे कि? कहन लगा मेरा साज बच गया तो मेरा सब कुछ ही बच गया। मेरा साज बच गया तो सब कुछ बच गया। मैं तुहानू बेनती करां, उसने कहा साज ना हुंदा मैं वजांदा की, तुसी वापस किवें आउंदे, मेरा धन किवें देंदे? साडा भी एक साज है, उन्होंने कहंदे ने सिखे। ये बच गई तो सब कुछ बच गया, ये ना बची तो कुछ भी नहीं बचिया। सिक्खी की है? सिक्ख्या गुरु दी विचार। सिक्खी सिक्ख्या गुर विचार, नदरी कर्म लंघाए पार। सिक्खी पाने विच रहन दा नाम। जे सिक्खी अमृत पान करन दा नाम है, तो अमृत पान करना की है? गुर के पाने विच अमृत है, शब्द पावै कोय। जिनी प्राप्त तिन पिया, हौमे विचों खोए। ए गुरु सारियां नूं दात बख्शे, सारियां ते कृपा करे, मेहर भरिया सिर ते हथ रखे। ये एहसास अंदरों रहे कि मिलिया कि विछड़िया। जे मिलिया ना तो घट्टो घट किसी होर गल नाल समझौता ना करिए। मिलना सी रब, चार पैसे मिल गए तो मैं खुश हो जावा जी, मिल गया जो मिलना। मिल गई कोई पदवी तो मैं खुश हो जावा, नहीं। मैं जिस वास्ते आया, ये शरीर धारण किया, परमात्मा मिले, निरंकार मिले। ये बिरहों अंदर उठे, धन ने वो जिन्हां दे अंदर बिरहों उठे ते बिरहों दी हुक रब तक पहुंचे। बिरहों ने परमात्मा नूं मिला दिता। अज दे शब्द दा विचार सी। भुलां दी खेमा 2 दिन होर हाजरी भरनी है। सतगुरु सिर ते हथ रखन, संगतां सिर ते हथ रखन, ताकि गुरमत अनुसार शब्द नूं विचार सकीए। प्यार सहित फतेह गजाओ। वाहिगुरू जी का खालसा, वाहिगुरू जी की फतेह।